ਗੁਰੂ ਸਾਹਿਬ ਨੇ ਕਿਤੇ ਵੀ ਬੁਰੇ ਨੂੰ ਬੁਰਾ ਨਹੀਂ ਕਿਹਾ, ਤਰੀਕਾ ਵੱਖਰਾ ਹੈ। ਤਲੰਬੇ ਗਏ, ਪਤਾ ਲੱਗਾ ਕਿ ਸ਼ੇਖ ਸੱਜਣ ਸੈਯਦ ਪਰਿਵਾਰ ਦੇ ਵਿੱਚੋਂ ਸੀ। ਪਹਿਲਾ ਨਾਮ ਇਸ ਦਾ ਮੁਸਲਮਾਨਾਂ ਵਾਲਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਤੇ ਵੀ ਸੱਜਣ ਨੂੰ ਠੱਗ ਨਹੀਂ ਕਿਹਾ। ਹੈਰਾਨਗੀ ਉਦੋਂ ਹੁੰਦੀ ਹੈ ਕਿ ਅਸੀਂ ਲੋਕ ਸਟੇਜ ਦੇ ਉੱਪਰੋਂ, ਮੰਚ ਦੇ ਉੱਪਰੋਂ ਸੱਜਣ ਨੂੰ ਠੱਗ ਕਹਿੰਦੇ ਆ, ਜਦੋਂ ਕਿਤੇ ਨਾ ਕਿਤੇ ਸਾਡੀ ਪ੍ਰਵਿਰਤੀ ਤਾਂ ਅਜੇ ਵੀ ਠੱਗਾਂ ਵਾਲੀ ਹੈ। ਤੇ ਸੱਜਣ ਤੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਕੇ ਉਦੋਂ ਹੀ ਠੱਗ ਤੋਂ ਭਾਈ ਬਣ ਗਿਆ। ਉਹ ਤਾਂ ਗੁਰੂ ਦੇ ਦੀਦਾਰ ਕਰਕੇ ਉਦੋਂ ਭਾਈ ਸੱਜਣ ਬਣ ਚੁੱਕਾ, ਔਰ ਅਸੀਂ ਅਜੇ ਵੀ ਉਹਨੂੰ ਠੱਗ ਕਹਿ ਰਹੇ ਹਾਂ, ਜਦੋਂ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਅਜੇ ਸੱਜਣ ਦਾ ਕੋਈ ਨਾ ਕੋਈ ਰੂਪ ਜ਼ਰੂਰ ਬਚਿਆ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਕਿ ਆਏ ਗਏ ਅਭਿਆਗਤ ਨੂੰ ਇੱਥੇ ਸ਼ਰਨ ਦੇਣ ਦੇ ਨਾਮ ਦੇ ਉੱਪਰ ਲੁੱਟਿਆ ਜਾਂਦਾ, ਕਤਲ ਵੀ ਕਰ ਦਿੱਤਾ ਜਾਂਦਾ, ਪਰ ਗੁਰੂ ਸਾਹਿਬ ਦਾ ਉਸ ਦੇ ਜ਼ਹਿਰੀਲੇਪਨ ਨੂੰ ਦੂਰ ਕਰਨ ਦਾ ਤਰੀਕਾ, ਜਿਹੜੀ ਵਿਧ ਹੈ, ਉਹ ਬੜੀ ਵੱਖਰੀ ਹੈ। ਗੁਰੂ ਪਾਤਸ਼ਾਹ ਕਹਿੰਦੇ, ਸੱਜਣਾ ਮੈਂ ਤੈਨੂੰ ਸਿਰਫ ਇਹ ਦੱਸਣਾ ਚਾਹੁੰਦਾ ਸੱਜਣ ਕੀ ਹੁੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਸੱਜਣਾ ਤੂੰ ਤਾਂ ਸੱਜਣਤਾਈ ਦੇ ਨਾਮ ਦੇ ਉੱਪਰ ਸੱਜਣ ਬਣਾ ਕੇ ਸੱਜਣਤਾਈ ਦਾ ਘਾਤ ਕਰ ਦਿੰਦਾ, ਪਰ ਮੈਂ ਤੈਨੂੰ ਦੱਸਦਾ ਕਿ ਸੱਜਣ ਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਸੱਜਣਾ ਸੱਜਣ ਤਾਂ ਉਹ ਹੁੰਦੇ ਨੇ ਜਿਹੜੇ ਲੋਕ ਤੋਂ ਲੈ ਕੇ ਪਰਲੋਕ ਤੱਕ ਕਿਸੇ ਵੀ ਮੁਸੀਬਤ ਦੇ ਵਿੱਚ ਕਿਸੇ ਦਾ ਸਾਥ ਨਹੀਂ ਛੱਡਦੇ, ਪਰ ਤੂੰ ਤਾਂ ਮੁਸੀਬਤ ਦੇ ਵਿੱਚ ਆਏ ਬੰਦੇ ਨੂੰ ਆਸਰਾ ਦਿੰਦਾ ਤੇ ਧਰਮ ਦੇ ਨਾਮ ਦੇ ਉੱਪਰ ਲੁੱਟ ਲੈ। ਤੇਰੀ ਸੱਜਣਤਾਈ ਕੈਸੀ ਹੈ। ਅੱਜ ਸਾਡੇ ਸਮਾਜ 'ਚ ਬਹੁਤ ਸੱਜਣ ਨੇ, ਤੇ ਗੁਰੂ ਪਾਤਸ਼ਾਹ ਨੇ ਉਹਨਾਂ ਸਾਰੇ ਸੱਜਣਾਂ ਨੂੰ ਸੰਬੋਧਿਤ ਹੋ ਕੇ ਇੱਕ ਗੱਲ ਕਹੀ ਹੈ, ਕੋਠੇ ਮੰਡਪ ਮਾੜੀਆਂ ਬਾਹਰੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਬਾਹਰੋਂ ਜਿੰਨਾ ਮਰਜ਼ੀ ਧਰਮ ਦਾ ਵਿਖਾਵਾ ਕਰ ਲਈਏ, ਜਿਵੇਂ ਦਾ ਮਰਜ਼ੀ ਪਹਿਰਾਵਾ ਪਾ ਲਈਏ, ਪਰ ਰੂਹਾਨੀਅਤ ਅੰਦਰੋਂ ਪੈਦਾ ਨਹੀਂ ਹੋ ਸਕੀ ਤਾਂ ਉਹ ਬਿਲਕੁਲ ਉਸ ਮਕਾਨ ਦੀ ਤਰ੍ਹਾਂ ਜਿਹਦੇ ਵਿੱਚ ਐਕਸਟੀਰੀਅਰ ਤੇ ਇੰਟੀਰੀਅਰ ਦੇ ਉੱਪਰ ਤੇ ਬੜਾ ਖਰਚਾ ਕੀਤਾ ਹੋਵੇ, ਪਰ ਵਿੱਚ ਵਸਣ ਵਾਲਾ ਹੀ ਕੋਈ ਨਾ ਹੋਵੇ। ਮਨੁੱਖ ਆਪਣੀ ਦੇਹੀ ਦੇ ਸ਼ਿੰਗਾਰ ਵਾਸਤੇ ਤਾਂ ਬਹੁਤ ਉਪਰਾਲੇ ਕਰਦਾ ਹੈ, ਅੰਦਰ ਰੂਹਾਨੀਅਤ ਦਾ ਅਹਿਸਾਸ ਹੀ ਨਹੀਂ ਪੈਦਾ ਹੋਇਆ, ਤਾਂ ਬਿਲਕੁਲ ਇਹ ਸਰੀਰ ਉਸ ਘਰ ਵਰਗਾ ਹੈ ਜਿਹਦਾ ਬਾਹਰੋਂ ਤੇ ਅੰਦਰੋਂ ਬਹੁਤ ਜ਼ਿਆਦਾ ਸ਼ਿੰਗਾਰ ਕੀਤਾ ਗਿਆ, ਪਰ ਉਹਦੇ 'ਚ ਵਸ ਕੋਈ ਨਹੀਂ ਗਿਆ, ਉਹਦੇ 'ਚ ਰਹਿ ਕੋਈ ਨਹੀਂ ਗਿਆ, ਉਹਦਾ ਕੋਈ ਲਾਭ ਨਹੀਂ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਜਣ ਨੂੰ ਠੱਗ ਤੋਂ ਭਾਈ ਬਣਾ ਦਿੰਦੇ ਨੇ, ਔਰ ਇਹ ਰੂਪ ਰਾਏ ਬਲਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਮਝ ਜਾਂਦਾ ਹੈ। ਉਹ ਇਸ ਦ੍ਰਿਸ਼ਟੀਕੋਣ ਤੋਂ ਵੇਖਦਾ ਹੈ ਗੁਰੂ ਨਾਨਕ ਸਾਹਿਬ ਨੂੰ। ਘਟਨਾ ਤਾਂ ਬੜੀ ਛੋਟੀ ਹੈ, ਪਰ ਉਹਦਾ ਕਿੰਨਾ ਵੱਡਾ ਦ੍ਰਿਸ਼ਟੀਕੋਣ ਜਿਹੜਾ ਉਹ ਸਿਰਜਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਸੰਸਾਰ ਦੇ ਜ਼ਹਿਰੀਲੇ ਤੱਤਾਂ ਨੂੰ ਅੰਮ੍ਰਿਤ ਦੇ ਵਿੱਚ ਤਬਦੀਲ ਕਰ ਦੇਣਗੇ। ਇਹਦਾ ਦੂਸਰਾ ਰੂਪ, ਜਿੰਨਾ ਵੀ ਸਾਡਾ ਪੁਰਾਣਿਕ ਹਿੰਦੁਸਤਾਨੀ ਮਤ ਹੈ, ਉਹਦੇ ਵਿੱਚ ਸੱਪ ਜਿਹੜਾ ਹੈ, ਨਾਗ ਜਿਹੜਾ ਹੈ, ਉਸ ਨੂੰ ਮਾਇਆ ਦੇ ਰੂਪ ਦੇ ਵਿੱਚ ਗਿਣਿਆ ਜਾਂਦਾ ਹੈ ਕਿ ਸੱਪ ਜਿਹੜਾ ਹੈ ਮਾਇਆ ਨਾਗ ਨਹੀਂ ਹੈ। ਅਕਸਰ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਮਾਇਆ ਨਾਗ ਨਹੀਂ ਹੈ, ਔਰ ਜਿਹੜੇ ਸਾਡੇ ਸ਼ਬਦਾਂ ਦੇ ਅਰਥ ਕੀਤੇ ਜਾਂਦੇ ਨੇ ਉਹ ਵੀ ਕੇਵਲ ਤੇ ਕੇਵਲ ਸਮਾਜਿਕ ਧਰਾਤਲ ਦੇ ਉੱਪਰ ਕੀਤੇ ਜਾਂਦੇ ਨੇ, ਸੰਸਾਰਿਕ ਤਲ ਦੇ ਉੱਪਰ ਕੀਤੇ ਜਾਂਦੇ ਨੇ। ਗੁਰਬਾਣੀ, ਪਾਵਨ ਗੁਰਬਾਣੀ 'ਚ ਇੱਕ ਸ਼ਬਦ ਹੈ, ਅੰਤ ਬਾਰ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਤੈ ਵਨ ਵਨ ਉਤਰੇ। ਹੁਣ ਇਹਦਾ ਮਤਲਬ ਇਹ ਕਿ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਮਾਇਆ ਇਕੱਠੀ ਕੀਤੀ ਤੇ ਕੀ ਉਹ ਮਰਨ ਤੋਂ ਬਾਅਦ ਸਰਪ ਦੀ ਜੂਨ ਦੇ ਵਿੱਚ ਹੀ ਰਿਹਾ? ਅਸੀਂ ਅੰਤਕਾਲ ਸ਼ਬਦ ਜਿਹੜਾ ਉਹ ਮੌਤ ਤੋਂ ਬਾਅਦ ਦੇ ਰੂਪ 'ਚ ਵੇਖ ਰਹੇ ਹਾਂ। ਹੁਣ ਜੇ ਇਹਦੀ ਆਖਰੀ ਤੁਕ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਉਹ ਹੈ ਅੰਤਵਾਸ ਨਾਰਾਇਣ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ, ਬਦਤ ਲੋਚਨ ਤੇ ਨਾ ਲੁਕਤਾ, ਪਿਤੰਬਰ ਵਾਕੇ ਰਿਤੇ ਵਸੇ। ਕਿ ਸਾਰੀ ਉਮਰ ਅਸੀਂ ਕੂੜ ਝੂਠ ਅਪਰਾਧ ਕਰਦੇ ਰਹੀਏ ਤੇ ਮਰਨ ਲੱਗਿਆ ਇੱਕ ਵਾਰੀ ਪਰਮਾਤਮਾ ਦਾ ਨਾਮ ਲੈ ਲਈਏ ਕਿ ਸਭ ਕੁਝ ਸਫਲ ਹੋ ਗਿਆ? ਨਹੀਂ, ਇੱਥੇ ਅੰਤ ਵਾਰ ਹੈ ਓਪੀਨੀਅਨ ਮੇਕਿੰਗ ਟਾਈਮ। ਜਦੋਂ ਅਸੀਂ ਕਹਿੰਦੇ ਐਟ ਦਾ ਐਂਡ ਮੈਂ ਆਹ ਸੋਚਿਆ, ਇੱਥੇ ਅੰਤ ਵਾਰ ਮਰਨ ਉਪਰੰਤ ਨਹੀਂ।
ਇੱਥੇ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸਭ ਕੁਝ ਵੇਖਣ ਤੋਂ ਬਾਅਦ ਅੰਤ ਮੈਂ ਆਹ ਸੋਚਿਆ, ਮੈਂ ਇਹ ਫੈਸਲਾ ਲਿਆ, ਉਹ ਜਿਹੜਾ ਨਜ਼ਰੀਆ ਨਿਰਧਾਰਿਤ ਵਕਤ ਹੈ, ਜਿਹੜਾ ਓਪੀਨੀਅਨ ਮੇਕਿੰਗ ਟਾਈਮ ਹੈ, ਜੇ ਹੁਣ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇਹ ਫੈਸਲਾ ਕਰ ਲੈਂਦਾ ਕਿ ਸਿਰਫ ਮਾਇਆ ਇਕੱਤਰ ਕਰਨੀ ਹੈ, ਤੇ ਸੱਚਮੁੱਚ ਉਹਦਾ ਜੀਵਨ ਉਸ ਸਫਰ ਵਰਗਾ ਹੈ। ਇਸੇ ਕਰਕੇ ਜਿਹੜਾ ਪੁਰਾਣਿਕ ਮਤ ਹੈ, ਉਸ ਨੇ ਇਹ ਸਿਧਾਂਤ ਘੜ ਦਿੱਤਾ ਕਿ ਮਾਇਆ ਨਾਗਨੀ ਹੈ, ਔਰ ਨਾਲ ਇਹ ਵੀ ਕਹਿ ਦਿੱਤਾ ਕਿ ਜਿੰਨਾ ਵੀ ਰੂਪ ਹੈ ਮਾਇਆ ਦਾ, ਉਹ ਜੜ ਔਰ ਚੇਤਨ ਹੈ। ਜੜ ਔਰ ਚੇਤਨ ਦੋ ਰੂਪ ਨੇ, ਇੱਕ ਜੀਵਨ ਹੈ, ਇੱਕ ਆਜੀਵਨ ਹੈ। ਮਨੁੱਖ ਮਾਇਆ ਦੇ ਚੇਤਨ ਰੂਪ ਤੋਂ ਵੀ ਪ੍ਰਭਾਵਿਤ ਹੁੰਦਾ ਹੈ ਤੇ ਜੜ ਰੂਪ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੀ ਇੱਕ ਪਿਆਰੀ ਘਟਨਾ, ਜਿਸ ਵੇਲੇ ਗੁਰੂ ਪਾਤਸ਼ਾਹ ਸੰਗਲਾਦੀਪ ਗਏ ਨੇ, ਉੱਥੋਂ ਦੇ ਰਾਜੇ ਸ਼ਿਵਨਾਭ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਚਰਣ ਔਰ ਇਖਲਾਕ ਨੂੰ ਪਰਖਣ ਦੇ ਵਾਸਤੇ ਆਪਣੇ ਹਰਮ ਦੇ ਵਿੱਚੋਂ ਬੜੀਆਂ ਸੁੰਦਰ ਔਰਤਾਂ ਭੇਜੀਆਂ ਨੇ। ਔਰਤ ਦੀ ਸੁੰਦਰਤਾ ਮਾਇਆ ਦਾ ਚੇਤਨ ਰੂਪ ਹੈ, ਪਰ ਉਹਨਾਂ ਨੇ ਕੀਮਤੀ ਗਹਿਣੇ ਵੀ ਪਹਿਨੇ ਹੋਏ ਨੇ, ਇਹ ਮਾਇਆ ਦਾ ਜੜ ਰੂਪ ਹੈ। ਸੁੰਦਰਤਾ ਮਾਇਆ ਦਾ ਚੇਤਨ ਰੂਪ ਹੈ, ਇਹ ਵੀ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ। ਔਰ ਜਿੰਨੇ ਆਰਨਾਮੈਂਟਸ ਹੁੰਦੇ ਨੇ, ਜਿੰਨੇ ਗਹਿਣੇ ਹੁੰਦੇ ਨੇ, ਜਿਊਲਰੀ ਹੁੰਦੀ ਹੈ, ਉਹ ਸਾਰਾ ਮਾਇਆ ਦਾ ਜੜ ਰੂਪ ਹੈ, ਮਨੁੱਖ ਦੋਵਾਂ ਤੋਂ ਪ੍ਰਭਾਵਿਤ ਹੁੰਦਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੜ ਔਰ ਚੇਤਨ ਦੋਵਾਂ ਤੋਂ ਉੱਪਰ ਉੱਠ ਕੇ ਜਿਹੜਾ ਉਪਦੇਸ਼ ਦਿੰਦੇ ਨੇ, ਉਹ ਹੈ ਇਖਲਾਕ। ਗਾਸ਼ਨ ਪੁੱਤਰੀ ਰਾਜ ਕੁਮਾਰ ਨਾਮ ਪੜੋ ਸਚ ਦੋਖ ਨਾ ਪਾਸ। ਗੁਰੂ ਨਾਨਕ ਸੱਚੇ ਪਾਤਸ਼ਾਹ ਜੜ ਔਰ ਚੇਤਨ ਤੋਂ ਇੱਕ ਵੱਖਰਾ ਸਰੂਪ ਸਾਡੇ ਸਾਹਮਣੇ ਸਿਰਜ ਦਿੰਦੇ ਨੇ। ਪਰ ਜਿਹੜਾ ਭਾਰਤੀ ਪੁਰਾਣਿਕ ਮਤ ਹੈ, ਉਹ ਕਹਿੰਦਾ ਹੈ ਕਿ ਮਾਇਆ ਦੇ ਜੜ ਔਰ ਚੇਤਨ ਰੂਪ ਦੇ ਵਿੱਚ ਤੁਸੀਂ ਪਰਮਾਤਮਾ ਦੇ ਨਾਲ ਜੋੜੀ ਨਹੀਂ ਸਕਦੇ। ਅਕਸਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਵਰਨ ਆਸ਼ਰਮ। ਵਰਨ ਜਾਤੀ ਪ੍ਰਥਾ ਹੈ ਤੇ ਆਸ਼ਰਮ ਪ੍ਰਥਾ ਜਿਹੜੀ ਹੈ, ਉਹ ਹਿੰਦੂ ਮਤ ਨੇ ਮਨੁੱਖ ਦੀ ਆਯੂ ਦੇ 4 ਹਿੱਸੇ ਕਰਕੇ ਆਸ਼ਰਮ ਪ੍ਰਥਾ ਬਣਾ ਦਿੱਤੀ। ਉਹ ਆਸ਼ਰਮ ਪ੍ਰਥਾ ਇਹ ਹੈ ਕਿ ਜ਼ਿੰਦਗੀ ਦੇ ਪਹਿਲੇ 25 ਸਾਲ ਉਸ ਨੂੰ ਕਿਹਾ ਜਾਂਦਾ ਹੈ ਬ੍ਰਹਮਚਾਰਿਆ ਆਸ਼ਰਮ, ਕਿ ਬੱਚੇ ਨੇ ਜੀਵਨ ਦੇ ਪਹਿਲੇ 25 ਸਾਲ ਆਸ਼ਰਮ ਦੇ ਵਿੱਚ ਬ੍ਰਹਮਚਾਰਿਆ ਅਵਸਥਾ 'ਚ ਰਹਿ ਕੇ ਅਧਿਐਨ ਕਰਨਾ ਹੈ ਗ੍ਰੰਥਾਂ ਦਾ। ਉਸ ਤੋਂ ਅਗਲੇ 25 ਤੋਂ 50 ਸਾਲ ਤੱਕ ਹੈ ਗ੍ਰਹਿਸਥ ਆਸ਼ਰਮ, ਕਿ ਉਸਨੇ ਆਪਣੇ ਘਰ ਦੇ ਵਿੱਚ ਰਹਿ ਕੇ ਗ੍ਰਹਿਸਥ ਮਾਰਗ ਨੂੰ ਧਾਰਨ ਕਰਨਾ। ਪਰ ਇਹ ਜਿਹੜੇ 25 ਸਾਲ ਨੇ, ਆਸ਼ਰਮ ਪ੍ਰਥਾ ਕਹਿੰਦੀ ਹੈ ਕਿ ਕੋਈ ਵੀ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਦੋਂ ਅਸੀਂ ਬੁੱਧਿਜ਼ਮ ਦੀ ਗੱਲ ਕਰਦੇ ਹਾਂ, ਤਾਂ ਹਿੰਦੁਸਤਾਨ ਦੇ ਵਿੱਚ ਬੁੱਧ ਧਰਮ ਨੂੰ ਖਤਮ ਕਰਨ ਦੇ ਪਿੱਛੇ ਇੱਕ ਵਿਦਵਾਨ ਦੀ ਬਹੁਤ ਵੱਡੀ ਅਹਿਮੀਅਤ ਹੈ, ਸ਼ੰਕਰਾਚਾਰੀਆ। ਸ਼ੰਕਰਾਚਾਰੀਆ ਨੇ ਹਿੰਦੂ ਧਰਮ ਦੇ ਪ੍ਰਚਾਰ ਔਰ ਪ੍ਰਸਾਰ ਤੋਂ ਬਾਅਦ ਜਿਸ ਵੇਲੇ ਆਪਣੇ ਘਰ ਦੇ ਵਿੱਚ ਆ ਕੇ ਗ੍ਰਹਿਸਥ ਧਰਮ ਨੂੰ ਧਾਰਨ ਕੀਤਾ, ਤੇ ਉਸ ਦੇ ਬ੍ਰਾਹਮਣਵਾਦੀ ਪੁਰੋਹਿਤ ਕਬੀਲੇ ਨਬੂਦਰੀਪਾਦ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ, ਬਿਲਕੁਲ ਸਵੀਕਾਰ ਨਹੀਂ ਕੀਤਾ ਕਿ ਸ਼ੰਕਰਾਚਾਰੀਆ ਨੇ ਤੂੰ ਤਾਂ ਧਰਮ ਦੇ ਮਾਰਗ ਤੇ ਗਿਆ ਸੀ, ਹੁਣ ਤੂੰ ਗ੍ਰਹਿਸਥ ਦੇ ਵਿੱਚ ਆ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਨੂੰ ਵੀ ਇਸ ਮਤ ਨੇ ਸਵੀਕਾਰ ਨਹੀਂ ਕੀਤਾ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਪ੍ਰਚਾਰਕ ਦੌਰਿਆਂ ਤੋਂ ਬਾਅਦ ਕਰਤਾਰਪੁਰ ਆ ਕੇ ਪਰਿਵਾਰ 'ਚ ਖੇਤੀ ਕਰਦੇ ਨੇ, ਤੇ ਅਚਲ ਬਟਾਲੇ ਦੀ ਚਰਚਾ ਦੇ ਵਿੱਚ ਸਿੱਧਾਂ ਦੇ ਵੱਲੋਂ ਪਹਿਲਾ ਸਵਾਲ ਹੀ ਇਹੀ ਹੈ। ਗੁਰੂ ਨਾਨਕ ਸਾਹਿਬ ਨੂੰ ਸਿੱਧ ਸਵਾਲ ਇਹ ਕਰਦੇ ਨੇ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਗੁਰੂ ਨਾਨਕ, ਤੂੰ ਤਾਂ ਧਰਮ ਦਾ ਵਿਨਾਸ਼ ਕਰ ਦਿੱਤਾ। ਤੂੰ ਤਾਂ ਜਿਹੜਾ ਧਰਮ ਦਾ ਆਤਮਿਕ ਦੁੱਧ ਸੀ, ਉਹਦੇ ਵਿੱਚ ਕਾਂਜੀ ਖਟਿਆਈ ਪਾ ਕੇ ਧਰਮ ਦੇ ਤੱਤ ਦਾ ਬਿਲਕੁਲ ਵਿਨਾਸ਼ ਕਰ ਦਿੱਤਾ। ਕਿਉਂ? ਕਿਉਂਕਿ ਤੂੰ ਧਰਮ ਦੇ ਖੇਤਰ 'ਚੋਂ ਦੁਬਾਰਾ ਆਪਣੇ ਗ੍ਰਹਿਸਥ ਦੇ ਮਾਰਗ ਦੇ ਵਿੱਚ ਕਿਉਂ ਆ ਗਿਆ, ਪਰਿਵਾਰ ਦੇ ਵਿੱਚ ਕਿਉਂ ਆ ਗਿਆ, ਸਵੀਕਾਰ ਨਹੀਂ ਕੀਤਾ ਗਿਆ। ਇਹ ਜੜ ਔਰ ਚੇਤਨ ਮਾਇਆ ਦਾ ਰੂਪ ਹੈ, ਜਿਸ ਦੇ ਵਿੱਚ ਜਿਹੜਾ ਪੁਰਾਣਿਕ ਭਾਰਤੀ ਮਤ ਹੈ, ਉਹ ਕਹਿੰਦਾ ਹੈ ਕਿ ਮਾਇਆ ਦੇ ਵਿੱਚ ਰਹਿ ਕੇ ਤੁਸੀਂ ਭਗਤੀ ਨਹੀਂ ਕਰ ਸਕਦੇ। ਔਰ ਸ਼ੰਕਰਾਚਾਰੀਆ ਦੀ ਮਾਤਾ ਦੀ ਮੌਤ ਹੋਈ ਤੇ ਉੱਥੋਂ ਦੇ ਪੁਰੋਹਿਤਾਂ ਨੇ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ, ਕਿਉਂਕਿ ਤੂੰ ਧਰਮ ਦੇ ਮਾਰਗ ਦੇ ਵਿੱਚੋਂ ਛੱਡ ਕੇ ਘਰ ਕਿਉਂ ਆ ਗਿਆ। ਤੀਸਰਾ ਆਸ਼ਰਮ ਵਾਨਪ੍ਰਸਥੀ ਹੈ, ਕਿ ਜੇ ਹੁਣ ਤੁਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ ਤੇ ਗ੍ਰਹਿਸਥ ਨੂੰ ਛੱਡ ਕੇ ਜੰਗਲ 'ਚ ਚਲੇ ਜਾਓ। ਤੇ ਚੌਥਾ ਆਸ਼ਰਮ ਹੈ ਸਮਾਧੀ ਆਸ਼ਰਮ। ਇਹ 4 ਆਸ਼ਰਮ ਨੇ। ਔਰ ਭਾਰਤੀ ਮਤ ਇਹ ਕਹਿੰਦਾ ਹੈ
ਕਿ ਗ੍ਰਹਿਸਥ ਆਸ਼ਰਮ ਦੇ ਜਿਹੜੇ 25 ਸਾਲ ਨੇ ਉਹ ਤੁਹਾਡੇ ਇਸ ਸੰਸਾਰ ਦੇ ਵਿੱਚ ਬਿਲਕੁਲ ਖਤਮ ਨੇ। ਤੁਸੀਂ ਗ੍ਰਹਿਸਥ ਵਿੱਚ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਪੱਖ ਦਿੱਤਾ ਸਾਧ ਸੰਗਤ ਨੇ, ਉਹ ਹੈ ਕਿ ਮਾਇਆ ਦੇ ਵਿੱਚ ਰਹਿ ਕੇ ਵੀ ਤੁਸੀਂ ਸੰਸਾਰ 'ਚ ਰਹਿੰਦਿਆਂ ਵੀ ਨਿਰੰਕਾਰ ਦੀ ਪ੍ਰਾਪਤੀ ਕਰ ਸਕਦੇ ਹੋ। ਅੰਜਨ ਮਾਇਆ ਦਾ ਰੂਪ ਹੈ, ਨਿਰੰਜਨ ਹੈ ਮਾਇਆ ਤੋਂ ਮੁਕਤ ਹੋਣਾ। ਅੰਜਨ ਮਹਿ ਨਿਰੰਜਨ ਰਹੀ ਕਿ ਸੰਸਾਰ ਦੇ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ, ਗ੍ਰਹਿਸਥ ਮਾਰਗ ਦੇ ਵਿੱਚ ਰਹਿੰਦਿਆਂ ਵੀ ਅਸੀਂ ਰੂਹਾਨੀਅਤ ਦੇ ਕਿਸੇ ਮਰਾਤਬੇ ਤੱਕ ਪਹੁੰਚ ਸਕਦੇ ਹਾਂ। ਸਮੱਸਿਆ ਇੱਥੇ ਹੈ ਕਿ ਬਹੁਤ ਲੋਕ ਕਹਿੰਦੇ ਤਾਂ ਨੇ ਅਸੀਂ ਮਾਇਆ ਤੋਂ ਮੁਕਤ ਹਾਂ, ਮਾਇਆ ਦਾ ਸਾਡੇ ਜੀਵਨ ਤੇ ਕੋਈ ਪ੍ਰਭਾਵ ਨਹੀਂ, ਪਰ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਉਹ ਪ੍ਰਭਾਵ ਸਿਰਜੀ ਵੀ ਬੈਠੇ ਨੇ, ਦੂਰ ਨਹੀਂ ਕਰ ਸਕੇ।